ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਆਪਾਂ ਪੜ੍ਹਾਂਗੇ 1935 ਈਸਵੀ ਤੋਂ 1947 ਈਸਵੀ ਤੱਕ ਦੀ ਪੰਜਾਬੀ ਕਵਿਤਾ ਦੇ ਬਾਰੇ। ਕੀ ਇਤਿਹਾਸ ਹੈ ਇਹਦਾ। ਪੰਜਾਬੀ ਚੋਣਵਾਂ ਵਿਸ਼ਾ BA ਸਮੈਸਟਰ 2 ਲਿਟਰੇਚਰ। ਆਓ ਸ਼ੁਰੂ ਕਰਦੇ ਹਾਂ। 1935 ਈਸਵੀ ਤੋਂ 1947 ਈਸਵੀ ਤੱਕ ਦੀ ਪੰਜਾਬੀ ਕਵਿਤਾ। ਪਾਠ ਦਾ ਮੰਤਵ। ਪਿਛਲੇ ਪਾਠ ਵਿੱਚ ਤੁਸੀਂ 1900 ਤੋਂ 1935 ਈਸਵੀ ਤੱਕ ਦੀ ਪੰਜਾਬੀ ਕਵਿਤਾ ਦੇ ਬਾਰੇ ਪੜ੍ਹ ਚੁੱਕੇ ਹੋ। ਸੰਨ 1935 ਈਸਵੀ ਦਾ ਵਰ੍ਹਾ ਪੰਜਾਬੀ ਸਾਹਿਤ ਦੇ ਵਿੱਚ ਇੱਕ ਵਿਸ਼ੇਸ਼ ਪਰਿਵਰਤਨ ਦਾ ਵਰ੍ਹਾ ਹੈ। ਇਸ ਵਰ੍ਹੇ ਤੋਂ ਪੰਜਾਬੀ ਕਵਿਤਾ ਦਾ ਇੱਕ ਨਵਾਂ ਦੌਰ ਆਰੰਭ ਹੁੰਦਾ ਹੈ, ਜੋ 1947 ਈਸਵੀ ਤੱਕ ਕਵੀਆਂ ਦਾ ਧਿਆਨ ਆਪਣੇ ਵੱਲ ਖਿੱਚੀ ਰੱਖਦਾ ਹੈ। ਇਸ ਪਾਠ ਵਿੱਚ ਇਸ ਕਾਲ ਦੀ ਕਵਿਤਾ ਰਚਨਾ ਦੇ ਬਾਰੇ ਵਿਚਾਰ ਕੀਤੀ ਜਾਏਗੀ। ਇਹਨਾਂ ਵਰ੍ਹਿਆਂ ਵਿੱਚ ਪੰਜਾਬੀ ਕਵਿਤਾ ਦਾ ਮੂੰਹ ਮੁਹਾਂਦਰਾ ਲਿਸ਼ਕਦਾ ਹੈ ਤੇ ਪੰਜਾਬੀ ਕਵਿਤਾ ਨੂੰ ਇੱਕ ਨਵੀਂ ਸੇਧ ਮਿਲਦੀ ਹੈ। ਪਾਠ ਦੀ ਰੂਪਰੇਖਾ। ਸਾਹਿਤਕ ਪੰਜਾਬੀ ਸੱਭਿਆਚਾਰ ਤੇ ਰਾਜਨੀਤਿਕ ਪਿਛੋਕੜ, ਸੰਸਾਰ ਦੇ ਵਿੱਚ ਸਮਾਜਵਾਦੀ ਨਿਜ਼ਾਮ ਦਾ ਆਰੰਭ, ਵਿਗਿਆਨਕ ਪ੍ਰਗਤੀ ਦਾ ਪ੍ਰਭਾਵ, ਆਧੁਨਿਕ ਕਾਵਿ ਦਾ ਪਹਿਲਾ ਪੜਾਅ, ਵਿਸ਼ੇਸ਼ ਕਵੀ, ਰਹੱਸਵਾਦੀ ਅਤੇ ਝੁਕਾਅ, ਛਾਇਆਵਾਦ, ਰੋਮਾਂਟਿਕ ਕਵਿਤਾ, ਸਮਾਜਵਾਦ ਤੇ ਸਮਾਜਵਾਦ ਪ੍ਰਮੁੱਖ ਕਵੀਆਂ ਦੇ ਬਾਰੇ ਵਿਚਾਰ। ਪਾਠ ਦੀ ਰੂਪਰੇਖਾ ਨੂੰ ਇੱਕ ਵਾਰ ਫੇਰ ਰਿਪੀਟ ਕਰਦੇ ਹਾਂ। ਸਾਹਿਤਕ, ਸੱਭਿਆਚਾਰਕ ਤੇ ਰਾਜਨੀਤਿਕ ਪਿਛੋਕੜ, ਸੰਸਾਰ ਵਿੱਚ ਸਮਾਜਵਾਦੀ ਨਿਜ਼ਾਮ ਦਾ ਆਰੰਭ, ਵਿਗਿਆਨਕ ਪ੍ਰਗਤੀ ਦਾ ਪ੍ਰਭਾਵ, ਆਧੁਨਿਕ ਕਾਵਿ ਦਾ ਪਹਿਲਾ ਪੜਾਅ, ਵਿਸ਼ੇਸ਼ ਕਵੀ, ਰਹੱਸਵਾਦੀ, ਝੁਕਾਅ, ਛਾਇਆਵਾਦ, ਰੋਮਾਂਟਿਕ ਕਵਿਤਾ, ਸਮਾਜਵਾਦ ਤੇ ਸਮਾਜਵਾਦ ਪ੍ਰਮੁੱਖ ਕਵੀਆਂ ਦੇ ਬਾਰੇ ਵਿਚਾਰ। ਭੂਮਿਕਾ। ਸੂਫੀ ਕਾਵਿ, ਕਿੱਸਾ ਕਾਵਿ, ਭਗਤੀ ਕਾਵਿ ਅਤੇ ਵੀਰ ਕਾਵਿ ਦੀਆਂ ਪਰੰਪਰਾਵਾਂ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ 19ਵੀਂ ਸਦੀ ਦੇ ਅੰਤ ਤੱਕ ਆਪਣੀ ਜਵਾਨੀ ਹੰਢਾ ਚੁੱਕੀਆਂ ਸਨ, ਪਰ ਇਹਨਾਂ ਪਰੰਪਰਾਵਾਂ ਦਾ ਕੋਈ ਨਾ ਕੋਈ ਰੂਪ 20ਵੀਂ ਸਦੀ ਦੀ ਪੰਜਾਬੀ ਕਵਿਤਾ ਦੇ ਛੰਦ ਵਿਧਾਨ, ਬਿੰਬ ਵਿਧਾਨ, ਵਿਚਾਰਧਾਰਾ ਤੇ ਭਾਵ ਉਜਾਗਰ ਉੱਤੇ ਵੀ ਪ੍ਰਤੱਖ ਹੈ। 1935 ਈਸਵੀ ਤੋਂ ਪਹਿਲਾਂ ਭਾਵ ਰਾਜਨੀਤਿਕ ਅੰਦੋਲਨਾਂ ਤੋਂ ਪ੍ਰਭਾਵਿਤ ਹੋ ਕੇ ਲਾਲਾ ਬਾਂਕੇ ਦਿਆਲ, ਮੁਨਸ਼ਾ ਸਿੰਘ ਦੁਖੀ, ਹਰਨਾਮ ਸਿੰਘ ਟੁੰਡੀਲਾਟ, ਹੀਰਾ ਸਿੰਘ ਦਰਦ ਆਦਿ ਨੇ ਵੀ ਇੱਕ ਨਵੀਂ ਰਾਜਨੀਤਿਕ ਚੇਤਨਤਾ ਨੂੰ ਜਾਗਰਤ ਕਰਨ ਵਾਲੀ ਕਵਿਤਾ ਲਿਖਣੀ ਆਰੰਭ ਕਰ ਦਿੱਤੀ ਸੀ, ਪਰ ਪੰਜਾਬੀ ਕਵਿਤਾ ਦੀ ਸਮੁੱਚੀ ਗਤੀਵਿਧੀ ਦਾ ਨਿਰਣਾ ਕਰਨ ਵੇਲੇ ਇਹ ਕਵੀ ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦੇ। ਕਵਿਤਾ ਦੇ ਖੇਤਰ ਵਿੱਚ ਉਸ ਸਮੇਂ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਡਾਕਟਰ ਮੋਹਨ ਸਿੰਘ ਦੀਵਾਨਾ, ਲਾਲਾ ਕਿਰਪਾ ਸਾਗਰ ਆਦਿਕ ਨੇ ਨਾਂ ਪ੍ਰਮੁੱਖ ਰਹੇ ਹਨ। 1935 ਈਸਵੀ ਤੱਕ ਇਹਨਾਂ ਕਵੀਆਂ ਨੇ ਨਵੇਂ ਰੂਪ ਰਾਹੀਂ ਪਰਿਚਿਤ ਕਰਵਾਇਆ, ਪਰ 1935 ਦਾ ਕਾਲ ਪੰਜਾਬੀ ਸਾਹਿਤ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਹੈ। ਬਹੁਤ ਸਾਰੇ ਕਾਰਨਾਂ ਦੇ ਕਰਕੇ ਪੰਜਾਬੀ ਸਾਹਿਤ ਦਾ ਆਧੁਨਿਕ ਰੂਪ ਇਸ ਵਰ੍ਹੇ ਦੇ ਨੇੜੇ ਤੇੜੇ ਹੀ ਪਛਾਣਨ ਦੇ ਯੋਗ ਹੋ ਸਕਿਆ। ਪ੍ਰਸ਼ਨ 1। ਪੰਜਾਬੀ ਕਵਿਤਾ ਵਿੱਚ ਆਧੁਨਿਕਤਾ ਕਦੋਂ ਸ਼ੁਰੂ ਹੋਈ? ਅੰਗਰੇਜ਼ਾਂ ਨੇ ਪੰਜਾਬ ਪ੍ਰਵੇਸ਼ ਨੂੰ ਹੀ ਆਧੁਨਿਕ ਕਾਲ ਦਾ ਆਰੰਭ ਮੰਨ ਲਿਆ ਜਾਂਦਾ ਹੈ, ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਐਂਟਰ ਕੀਤਾ, ਪਰ ਆਧੁਨਿਕਤਾ ਦੇ ਲੱਛਣ ਉਦੋਂ ਹੀ ਉਗੜੇ ਸਨ ਜਦੋਂ ਸਾਰੇ ਸਾਹਿਤਕਾਰਾਂ ਨੇ ਪੁਰਾਣੇ ਅਧਿਆਤਮਵਾਦੀ ਆਦਰਸ਼ਵਾਦ ਅਰਥਾਤ ਧਾਰਮਿਕ ਵਿਸ਼ਵ ਦਰਸ਼ਨ ਨੂੰ ਤਿਆਗ ਕੇ ਵਿਗਿਆਨਿਕ ਭੌਤਿਕਵਾਦ ਜਾਂ ਆਧੁਨਿਕਵਾਦ ਵਿਸ਼ਵ ਦਰਸ਼ਨ ਨੂੰ ਅਪਣਾਉਣਾ ਸ਼ੁਰੂ ਕੀਤਾ। ਅੰਗਰੇਜ਼ਾਂ ਦੇ ਪੰਜਾਬ ਪ੍ਰਵੇਸ਼ ਨੂੰ ਹੀ ਆਧੁਨਿਕ ਕਾਲ ਦਾ ਆਰੰਭ ਮੰਨ ਲਿਆ ਜਾਂਦਾ ਹੈ, ਪਰ ਆਧੁਨਿਕਤਾ ਦੇ ਲੱਛਣ ਉਦੋਂ ਹੀ ਉਗੜੇ ਹਨ ਜਦੋਂ ਸਾਰੇ ਸਾਹਿਤਕਾਰਾਂ ਨੇ ਪੁਰਾਣੇ ਅਧਿਆਤਮਵਾਦੀ ਆਦਰਸ਼ਵਾਦ ਅਰਥਾਤ ਧਾਰਮਿਕ ਵਿਸ਼ਵ ਦਰਸ਼ਨ ਨੂੰ ਤਿਆਗ ਕੇ ਵਿਗਿਆਨਿਕ ਭੌਤਿਕਵਾਦ ਜਾਂ ਆਧੁਨਿਕਵਾਦ ਵਿਸ਼ਵ ਦਰਸ਼ਨ ਨੂੰ ਅਪਣਾਉਣਾ ਸ਼ੁਰੂ ਕੀਤਾ ਹੈ। 1935 ਈਸਵੀ ਤੱਕ ਜਾਪਾਨ, ਇੰਗਲੈਂਡ, ਅਮਰੀਕਾ, ਫਰਾਂਸ, ਇਟਲੀ ਤੇ ਜਰਮਨੀ ਵਿੱਚ ਸਰਮਾਏਦਾਰੀ ਨਿਜ਼ਾਮ ਆਪਣੇ ਸਿਖਰ ਨੂੰ ਪਹੁੰਚ ਕੇ ਆਪਣੇ ਪਤਨ ਦੇ ਵੱਲ ਜਾ ਰਿਹਾ ਹੈ। 1917 ਵਿੱਚ ਦੁਨੀਆ ਦੀ ਧਰਤੀ ਦੇ 6ਵੇਂ ਹਿੱਸੇ ਅਰਥਾਤ ਰੂਸ ਦੇ ਵਿੱਚ ਸਮਾਜਵਾਦੀ ਨਿਜ਼ਾਮ ਕਾਇਮ ਹੋ ਚੁੱਕਾ ਸੀ ਅਤੇ ਚੀਨੀ ਇਨਕਲਾਬ
ਆਪਣੇ ਸੰਘਰਸ਼ਮਈ ਪੜਾਅ ਦੇ ਵਿੱਚੋਂ ਲੰਘ ਰਿਹਾ ਸੀ। ਭਾਰਤੀ ਰਾਜਨੀਤਿਕਾਂ, ਸਾਹਿਤਕਾਰਾਂ ਤੇ ਫੌਜੀਆਂ ਸਿਪਾਹੀਆਂ ਨੂੰ 20ਵੀਂ ਸਦੀ ਦੇ ਆਰੰਭਕ 3 ਦਹਾਕਿਆਂ ਦੇ ਵਿੱਚ ਭਾਰਤ ਤੋਂ ਬਾਹਰ ਜਾਣ ਦਾ, ਉੱਥੋਂ ਦੇ ਲੋਕਾਂ ਤੇ ਰਾਜਨੀਤਿਕਾਂ ਨੂੰ ਮਿਲਣ ਦਾ ਅਤੇ ਵਿਗਿਆਨ ਦੀ ਉੱਨਤੀ ਨੂੰ ਆਪਣੇ ਅੱਖੀਂ ਵੇਖਣ ਦਾ ਅਵਸਰ ਪ੍ਰਾਪਤ ਹੋ ਚੁੱਕਿਆ ਸੀ। ਪਹਿਲੇ ਸੰਸਾਰ ਯੁੱਧ ਦੇ ਸਿਪਾਹੀਆਂ ਤੋਂ ਇਲਾਵਾ ਮਹਾਤਮਾ ਗਾਂਧੀ, ਰਤਨ ਸਿੰਘ, M.N. ਰਾਏ, ਸੰਤੋਖ ਸਿੰਘ, ਲਾਲਾ ਹਰਦਿਆਲ, ਪੰਡਿਤ ਜਵਾਹਰ ਲਾਲ ਨਹਿਰੂ, ਪ੍ਰੋਫੈਸਰ ਪੂਰਨ ਸਿੰਘ, ਮੁਲਕ ਰਾਜ ਆਨੰਦ ਅਤੇ ਸਜਾਦ ਜ਼ਹਿਰ ਵਰਗੀਆਂ ਉੱਘੀਆਂ ਹਸਤੀਆਂ ਜਾਪਾਨ, ਇੰਗਲੈਂਡ, ਅਮਰੀਕਾ, ਰੂਸ ਤੇ ਫਰਾਂਸ ਘੁੰਮ ਆਈਆਂ ਸਨ। 1935 ਈਸਵੀ ਵਿੱਚ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਦੁਨੀਆ ਭਰ ਦੇ ਪ੍ਰਗਤੀਵਾਦੀ ਲੇਖਕਾਂ ਦੀ ਕਾਨਫਰੰਸ ਦੇ ਵਿੱਚ ਨਵੇਂ ਵਿਗਿਆਨਕ ਦ੍ਰਿਸ਼ਟੀਕੋਣ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਅਤੇ ਸਾਹਿਤਕਾਰ ਦੀ ਰਾਜਨੈਤਿਕ ਮਹੱਤਤਾ ਨੂੰ ਜਤਾਉਣ ਲਈ ਸਕੀਮਾਂ ਸੋਚੀਆਂ ਜਾ ਚੁੱਕੀਆਂ ਸਨ। ਜਰਮਨੀ ਤੇ ਇਟਲੀ ਦੇ ਵਿੱਚ ਦੂਜੇ ਸੰਸਾਰ ਯੁੱਧ ਲਈ ਨਾਜ਼ੀ ਤੇ ਫਾਸਿਸਟ ਸ਼ਕਤੀਆਂ ਤਿਆਰ ਹੋ ਰਹੀਆਂ ਸਨ। ਅਜਿਹੇ ਅੰਤਰਰਾਸ਼ਟਰੀ ਵਾਤਾਵਰਣ ਦੇ ਵਿੱਚ ਪੰਜਾਬੀ ਸਾਹਿਤਕਾਰਾਂ ਨੇ ਵੀ ਪੁਰਾਣੀਆਂ ਪਰੰਪਰਾਵਾਂ ਛੱਡ ਕੇ ਆਪਣੇ ਰਾਸ਼ਟਰੀ ਸੁਤੰਤਰਤਾ ਸੰਗਰਾਮ ਅਤੇ ਕਿਸੇ ਨਵੇਂ ਜਹਾਨ ਦੀ ਉਸਾਰੀ ਲਈ ਜੂਝ ਰਹੇ ਇਨਸਾਨ ਨੂੰ ਪ੍ਰੇਰਨਾ ਦੇਣ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਰਥਾਤ ਆਧੁਨਿਕਤਾ ਦਾ ਪੱਲਾ ਫੜਿਆ। 1935 ਤੋਂ 1947 ਈਸਵੀ ਤੱਕ ਦੀ ਪੰਜਾਬੀ ਕਵਿਤਾ ਨੂੰ ਸਹੀ ਅਰਥਾਂ ਦੇ ਵਿੱਚ ਆਧੁਨਿਕ ਪੰਜਾਬੀ ਕਵਿਤਾ ਦਾ ਪਹਿਲਾ ਪੜਾਅ ਕਿਹਾ ਜਾ ਸਕਦਾ ਹੈ। 1. ਲਾਲਾ ਧਨੀ ਰਾਮ ਚਾਤ੍ਰਿਕ, ਕੇਸਰ ਕਿਆਰੀ ਤੇ ਨਵਾਂ ਜਹਾਨ। ਇਹਨਾਂ ਦੀਆਂ ਇਸ ਯੁੱਗ ਦੀਆਂ ਰਚਨਾਵਾਂ ਨੇ। ਲਾਲਾ ਧਨੀ ਰਾਮ ਚਾਤ੍ਰਿਕ ਨੇ ਕੀ ਰਚਨਾ ਕੀਤੀ ਸੀ? ਕੇਸਰ ਕਿਆਰੀ ਤੇ ਨਵਾਂ ਜਹਾਨ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਵਗਦੇ ਪਾਣੀ। ਅੰਮ੍ਰਿਤਾ ਪ੍ਰੀਤਮ, ਅੰਮ੍ਰਿਤਾ ਲਹਿਰਾਂ, ਉਹ ਗੀਤਾਂ ਵਾਲਿਆ, ਜਿਉਂਦਾ ਜੀਵਨ, ਬੱਦਲਾਂ ਦੇ ਪੱਲੇ ਵਿੱਚ, ਪੱਥਰ ਗੀਟੇ ਆਦਿ। ਚੌਥਾ, ਪ੍ਰੋਫੈਸਰ ਮੋਹਨ ਸਿੰਘ, ਸਾਵੇਂ ਪੱਥਰ, ਕਸੰਬੜਾ ਆਦਿ। ਪੰਜਵੇਂ ਆਪਣੇ ਕਵੀ ਨੇ ਬਾਵਾ ਬਲਵੰਤ। ਇਹਨਾਂ ਦੀਆਂ ਮੁੱਖ ਰਚਨਾਵਾਂ ਮਹਾਨਾਚ, ਅਮਰ ਗੀਤ, ਜਵਾਲਾਮੁਖੀ। ਛੇਵੇਂ ਆਪਣੇ ਕਵੀ ਨੇ ਪ੍ਰੀਤਮ ਸਿੰਘ ਸਫੀਰ। ਇਹਨਾਂ ਦੀ ਰਚਨਾਵਾਂ ਕੱਤਕ ਕੁੰਜਾਂ, ਰਕਤ ਬੂੰਦਾਂ, ਰਾਜ ਰਿਸ਼ਮਾ। ਸੱਤਵਾਂ ਦਵਿੰਦਰ ਸਤਿਆਰਥੀ। ਇਹਨਾਂ ਦੀ ਰਚਨਾ ਹੈ ਧਰਤੀ ਦੀਆਂ ਆਵਾਜ਼ਾਂ। ਅੱਠਵੇਂ ਨੇ ਆਪਣੇ ਕਵੀ ਪਿਆਰਾ ਸਿੰਘ ਸਹਿਰਾਈ। ਇਹਨਾਂ ਦੀਆਂ ਰਚਨਾਵਾਂ ਮੁੱਖ ਨੇ ਸਹਿਰਾਈ ਪੰਛੀ, ਤਾਰਿਆਂ ਦੀ ਲੋਅ। ਨੈਕਸਟ ਅਗਲੇ ਕਵੀ ਨੇ ਸੰਤੋਖ ਸਿੰਘ ਧੀਰ। ਰਚਨਾਵਾਂ ਗੁੱਡੀਆਂ ਪਟੋਲੇ, ਪਾਓ ਫਟਾਲਾ। 10ਵੇਂ ਕਵੀ ਨੇ ਚੰਦਨ ਸਿੰਘ ਜੇਠੂਵਾਲੀਆ। ਰਚਨਾ ਇਹਨਾਂ ਦੀ ਮਾਨਾਈਆਂ। 11ਵੇਂ ਕਵੀ ਨੇ ਅਜਾਇਬ ਚਿੱਤਰਕਾਰ। ਇਹਨਾਂ ਦੀ ਰਚਨਾ ਦੁਮੇਲ। 12ਵੇਂ ਕਵੀ ਨੇ ਪ੍ਰੋਫੈਸਰ ਹਰਦਿਆਲ ਸਿੰਘ ਸੀਕਰੀ ਤੇ ਇਹਨਾਂ ਦੀ ਰਚਨਾ ਫੁੱਟਦੇ ਸੋਮੇ। 13ਵੇਂ ਕਵੀ ਨੇ ਅਵਤਾਰ ਸਿੰਘ ਆਜ਼ਾਦ, ਵਿਸ਼ਵ ਵੇਦਨਾ। 14ਵੇਂ ਕਵੀ ਨੇ ਜਰਨੈਲ ਸਿੰਘ ਅਰਸ਼ੀ ਤੇ ਇਹਨਾਂ ਦੀ ਜੋ ਰਚਨਾ ਹੈ ਲਲਕਾਰਾ। 15ਵੇਂ ਕਵੀ ਹੀਰਾ ਸਿੰਘ ਦਰਦ ਤੇ 16ਵੇਂ ਕਵੀ ਗੁਰਮੁਖ ਸਿੰਘ ਮੁਸਾਫਰ ਇਸੇ ਦੌਰ ਦੇ ਮੁੱਖ ਕਵੀ ਹੋਏ ਹਨ। ਜਿਵੇਂ ਅਸੀਂ ਆਰੰਭ ਦੇ ਵਿੱਚ ਕਿਹਾ ਹੈ ਕਿ ਪੰਜਾਬੀ ਕਵਿਤਾ ਦਾ ਇਹ ਦੌਰ ਵਿਗਿਆਨ ਦੇ ਪ੍ਰਭਾਵ ਅਤੇ ਪ੍ਰਗਤੀਵਾਦੀ ਲਹਿਰ ਦੇ ਆਰੰਭ ਦਾ ਦੌਰ ਹੈ, ਪਰ ਤਾਂ ਵੀ ਉਪਰੋਕਤ ਕਵੀਆਂ ਵਿੱਚੋਂ ਬਹੁਤ ਸਾਰੇ ਕਵੀਆਂ ਦੀਆਂ ਕਵਿਤਾਵਾਂ ਵਿੱਚ ਪ੍ਰਭੂ ਸੱਤਾ ਪ੍ਰਤੀ ਇੱਕ ਆਸਤਕ ਭਾਵ ਕਾਇਮ ਹੈ। ਅਜਿਹੀ ਕਵਿਤਾ ਨੂੰ ਅਸੀਂ ਰਹੱਸਵਾਦੀ ਕਵਿਤਾ ਦੀ ਰਹਿੰਦ ਖੂੰਹਦ ਜਾਂ ਹਿੰਦੀ ਦੀ ਛਾਇਆਵਾਦੀ ਕਵਿਤਾ ਦੇ ਪ੍ਰਭਾਵ ਹੇਠ ਉਤਪੰਨ ਹੋਈ ਕਵਿਤਾ ਕਹਿ ਸਕਦੇ ਹਾਂ। ਚਾਤ੍ਰਿਕ, ਕਾਲੇ ਪਾਣੀ, ਸਫੀਰ, ਮੋਹਨ ਸਿੰਘ ਦੀਆਂ ਕੁਝ ਕਵਿਤਾਵਾਂ, ਮੁਸਾਫਰ ਦੀ ਕਵਿਤਾ, ਅੰਮ੍ਰਿਤਾ ਦੀਆਂ ਕੁਝ ਕਵਿਤਾਵਾਂ ਤੇ ਬਾਵਾ ਬਲਵੰਤ ਦੀਆਂ ਕੁਝ ਕਵਿਤਾਵਾਂ ਅਜਿਹੇ ਰਹੱਸਵਾਦੀ ਛਾਇਆਵਾਦੀ ਝੁਕਾਅ ਦੀਆਂ ਕਵਿਤਾਵਾਂ ਹਨ। ਇਸ ਝੁਕਾਅ ਨੂੰ ਪੂਰੀ ਤਰ੍ਹਾਂ ਰਹੱਸਵਾਦੀ ਕਹਿਣ ਤੋਂ ਅਸੀਂ ਇਸ ਲਈ ਸੰਕੋਚ ਕਰਦੇ ਹਾਂ ਕਿਉਂਕਿ ਇਸ ਦੇ ਪਿੱਛੇ ਪ੍ਰਭੂ ਸੱਤਾ ਦੀ ਹੋਂਦ ਦੀ ਸਵੀਕ੍ਰਿਤੀ ਤਾਂ ਹੈ, ਪਰ ਉਸ ਹੋਂਦ ਦੇ ਪ੍ਰਤੀ ਉਹ ਸ਼ਰਧਾ ਅਤੇ ਭਗਤੀ ਭਾਵ ਨਹੀਂ ਜੋ ਗੁਰਬਾਣੀ ਅਤੇ ਸੂਫੀ ਕਾਵਿ ਦੇ
ਜਾਂ ਭਾਈ ਵੀਰ ਸਿੰਘ ਦੇ ਕਾਵਿ ਦੇ ਅਨੁਭਵ ਦੇ ਵਿੱਚ ਲੱਭਦਾ ਹੈ। ਇੰਪੋਰਟੈਂਟ ਲਾਈਨਸ ਨੇ, ਰਿਪੀਟ ਕਰਦੇ ਹਾਂ। ਇਸ ਝੁਕਾਅ ਨੂੰ ਪੂਰੀ ਤਰ੍ਹਾਂ ਰਹੱਸਵਾਦੀ ਕਹਿਣ ਤੋਂ ਅਸੀਂ ਇਸ ਲਈ ਸੰਕੋਚ ਕਰਦੇ ਹਾਂ ਕਿਉਂਕਿ ਇਸ ਦੇ ਪਿੱਛੇ ਪ੍ਰਭੂ ਸੱਤਾ ਦੀ ਹੋਂਦ ਦੀ ਸਵੀਕ੍ਰਿਤੀ ਤਾਂ ਹੈ, ਪਰ ਉਸ ਹੋਂਦ ਦੇ ਪ੍ਰਤੀ ਉਹ ਸ਼ਰਧਾ ਅਤੇ ਭਗਤੀ ਭਾਵ ਨਹੀਂ ਜੋ ਗੁਰਬਾਣੀ ਅਤੇ ਸੂਫੀ ਕਾਵਿ ਦੇ ਜਾਂ ਭਾਈ ਵੀਰ ਸਿੰਘ ਦੇ ਕਾਵਿ ਦੇ ਅਨੁਭਵ ਦੇ ਵਿੱਚ ਲੱਭਦਾ ਹੈ। ਚਾਤਰਿਕ ਦੀਆਂ ਕਵਿਤਾਵਾਂ ਦੇ ਵਿੱਚ ਧਾਰਮਿਕ ਭਾਵਾਂ ਦਾ ਪ੍ਰਗਟਾਵਾ ਸਧਾਰਨ ਮਨੁੱਖ ਦੀ ਪੱਧਰ ਉੱਤੇ ਹੋਇਆ ਹੈ। ਕਿਤੇ ਕਿਤੇ ਰੱਬ ਨੂੰ ਕੋਰਾ ਕਾਦਰ ਕਹਿ ਕੇ ਮਿੱਠੇ ਮਿੱਠੇ ਉਲਾਂਭਿਆਂ ਦੁਆਰਾ ਉਸ ਦੀ ਹੋਂਦ ਪ੍ਰਤੀ ਸ਼ੱਕ ਪ੍ਰਗਟਾਇਆ ਗਿਆ ਹੈ। ਇਸੇ ਤਰ੍ਹਾਂ ਪ੍ਰੀਤਮ ਸਿੰਘ ਸਫੀਰ ਦੀ ਸਥਿਤੀ ਵੀ ਸ਼ੱਕੀ ਮਨੁੱਖ ਵਰਗੀ ਹੀ ਹੈ। 1947 ਤੋਂ ਪਿੱਛੋਂ ਭਾਵੇਂ ਸਫੀਰ ਦਾ ਕਾਵ ਅਨੁਭਵ ਭਾਈ ਵੀਰ ਸਿੰਘ ਦੇ ਰਹੱਸਵਾਦੀ ਝੁਕਾਅ ਦੇ ਕਾਫੀ ਨੇੜੇ ਪਹੁੰਚ ਚੁੱਕਾ ਸੀ, ਪਰ ਕੱਤਕ ਕੁੰਜਾਂ ਦੇ ਵਿੱਚ ਉਸ ਦਾ ਅਨੁਭਵ ਇਸ ਤਰ੍ਹਾਂ ਦਾ ਨਹੀਂ ਸੀ। ਆ ਇੱਕ ਉਦਾਹਰਨ ਹੈ। ਮਹਿੰਦੀ ਮੰਨਦਾ ਕਿ ਇਹ ਤਾਰੇ ਇਹ ਨੇ ਖੰਡ ਪੁਰਾਣੇ, ਲੱਖਾਂ ਰੱਬ ਬਰਬਾਦ ਹੋ ਗਏ, ਕੌਣ ਉਹਨਾਂ ਨੂੰ ਜਾਣੇ। ਸਫੀਰ ਤੋਂ ਪਹਿਲਾਂ ਮੋਹਨ ਸਿੰਘ ਨੇ ਰੱਬ ਨਾਂ ਦੀ ਕਵਿਤਾ ਦੇ ਵਿੱਚ ਰੱਬ ਦੀ ਹੋਂਦ ਪ੍ਰਤੀ ਨਵੀਂ ਵਿਗਿਆਨਿਕ ਖੋਜ ਬਿਰਤੀ ਨੂੰ ਅਪਣਾਉਣ ਦੀ ਸਿਫਾਰਿਸ਼ ਇਨ੍ਹਾਂ ਸ਼ਬਦਾਂ ਦੇ ਵਿੱਚ ਕੀਤੀ ਸੀ। ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਦੇ, ਕਾਫਰ ਹੋ ਜਾਏ ਬੰਦਾ, ਕਾਫਰ ਹੋਣੋਂ ਡਰ ਕੇ ਜੀਵੇ, ਖੋਜੋਂ ਮੂਲ ਦਾ ਖੂੰਜੀ, ਲਾਈ ਲੱਗ ਮੋਮਨ ਦੇ ਕੋਲੋਂ, ਖੋਜੋਂ ਮੂਲ ਨਾ ਖੁੰਝੀ, ਲਾਈ ਲੱਗ ਮੋਮਨ ਦੇ ਕੋਲੋਂ, ਖੋਜੀ ਕਾਫਰ ਚੰਗਾ। ਨੈਕਸਟ, ਇਨ੍ਹਾਂ ਸਤਰਾਂ ਦੇ ਵਿੱਚ ਰੱਬ ਤੋਂ ਇਨਕਾਰ ਨਹੀਂ, ਪਰ ਉਸ ਦੀ ਸ਼ਰਧਾ ਭਾਵ ਵੀ ਕੋਈ ਨਹੀਂ। ਮਹਾਨਾਚ ਤੇ ਕਵੀ ਬਾਵਾ ਬਲਵੰਤ ਨੇ ਪਰਮ ਜੋਤ, ਅਰਸ਼ਾਂ ਅਤੇ ਦੂਸਰੇ ਕਿਨਾਰੇ ਦੇ ਸੰਕੇਤਾਂ ਨਾਲ ਪ੍ਰਭੂ ਸੱਤਾ ਦੇ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ, ਪਰ ਕਿਧਰੇ ਵੀ ਉਸ ਸੱਤਾ ਨੂੰ ਦਿਸਦੀ ਪ੍ਰਕਿਰਤੀ ਤੋਂ ਪਰਾਂ ਨਹੀਂ ਮੰਨਿਆ। ਇਨ੍ਹਾਂ ਸਾਰੇ ਕਾਰਨਾਂ ਕਰਕੇ ਇਸ ਝੁਕਾਅ ਨੂੰ ਛਾਇਆਵਾਦੀ ਕਹਿਣਾ ਵਧੇਰੇ ਚੰਗਾ ਹੈ। ਅਗਲਾ ਪ੍ਰਸ਼ਨ ਹੈ, ਪੰਜਾਬੀ ਕਵਿਤਾ ਦੇ ਵਿੱਚ ਛਾਇਆਵਾਦ ਦਾ ਕਿਹੋ ਜਿਹਾ ਪ੍ਰਗਟਾਵਾ ਪ੍ਰਾਪਤ ਹੁੰਦਾ ਹੈ। 1935 ਤੋਂ ਪਹਿਲਾਂ ਛਾਇਆਵਾਦੀ ਝੁਕਾਅ ਹਿੰਦੀ ਕਵਿਤਾ ਦੇ ਵਿੱਚ ਆਪਣੇ ਪ੍ਰਬਲ ਰੂਪ ਦੇ ਵਿੱਚ ਪ੍ਰਗਟ ਹੋ ਚੁੱਕਿਆ ਸੀ। ਜੈ ਸ਼ੰਕਰ ਪ੍ਰਸਾਦ, ਮਹਾਦੇਵੀ ਵਰਮਾ, ਨਿਰਾਲਾ ਅਤੇ ਪੰਤ ਵਰਗੇ ਕਵੀਆਂ ਨੇ ਇਸ ਝੁਕਾਅ ਦੀ ਸੀਮਾ ਅਤੇ ਸਮਰੱਥਾ ਨੂੰ ਨਿਰਧਾਰਤ ਕਰ ਦਿੱਤਾ। ਮਹਾਦੇਵੀ ਵਰਮਾ ਨੇ ਭਾਵੇਂ ਰਹੱਸਵਾਦ ਨੂੰ ਛਾਇਆਵਾਦੀ ਅਨੁਭਵ ਦੀ ਆਧਾਰਸ਼ਿਲਾ ਮੰਨਿਆ ਹੈ, ਪਰ ਇਹ ਇੱਕ ਅਜਿਹੀ ਕਾਵਿਕ ਪ੍ਰਵਿਰਤੀ ਹੈ ਜਿਹੜੀ ਰਹੱਸਵਾਦ ਦੇ ਵਿਚਕਾਰ ਵਿਚਰਦੀ ਹੈ। ਛਾਇਆਵਾਦੀ ਕਵੀ ਵੀ ਪੁਰਾਣੀਆਂ ਰੂੜੀਆਂ ਨੂੰ ਤਿਆਗ ਕੇ ਰੋਮਾਂਟਿਕ ਕਵੀਆਂ ਦੇ ਵਾਂਗ ਆਪਣੇ ਨਿੱਜੀ ਅਨੁਭਵ, ਪਿਆਰ ਦੇ ਮੇਲ ਵਿਛੋੜੇ ਅਤੇ ਸਥਾਪਿਤ ਸਦਾਚਾਰ ਤੋਂ ਵਿਅਕਤੀਗਤ ਵਿਦਰੋਹ ਦਾ ਪ੍ਰਗਟਾਵਾ ਕਰਦਾ ਹੈ। ਉਸ ਦੀ ਕਵਿਤਾ ਦੇ ਵਿੱਚ ਸ਼ਿੰਗਾਰ ਅਤੇ ਸਰੌਂਦੀ ਤੱਤ ਪ੍ਰਾਪਤ ਹੁੰਦਾ ਹੈ। ਉਸ ਦਾ ਪ੍ਰਗਟਾਵਾ ਨਵੀਨ ਬਿੰਬਾਂ ਤੋਂ ਛਾਇਆ ਚਿੱਤਰਾਂ ਕਾਰਨ ਰਹੱਸਵਾਦੀਆਂ ਦੇ ਵਾਂਗ ਧੁੰਦਲਾ ਹੋ ਜਾਂਦਾ ਹੈ। ਪ੍ਰੋਫੈਸਰ ਸੰਤ ਸਿੰਘ ਸੇਖੋਂ ਨੇ ਪੰਜਾਬੀ ਦੀ ਇਸ ਛਾਇਆਵਾਦੀ ਕਵਿਤਾ ਨੂੰ ਬੌਧਿਕ ਰਹੱਸ ਅਤੇ ਭਾਵਾਂ ਦੇ ਰਹੱਸ ਵਾਲੀ ਕਵਿਤਾ ਆਖਿਆ ਹੈ, ਪਰ ਸਾਡਾ ਵਿਚਾਰ ਹੈ ਕਿ ਇਸ ਕਵਿਤਾ ਦਾ ਮੁਹਾਂਦਰਾ ਹਿੰਦੀ ਛਾਇਆਵਾਦੀ ਕਵਿਤਾ ਤੋਂ ਵੱਖਰਾ ਨਹੀਂ ਹੈ। ਪ੍ਰਸਿੱਧ ਹਿੰਦੀ ਆਲੋਚਕ ਡਾਕਟਰ ਨਗੇਂਦਰ ਦੇ ਵਿਚਾਰ ਅਨੁਸਾਰ ਛਾਇਆਵਾਦ ਉਦੋਂ ਉਤਪੰਨ ਹੁੰਦਾ ਹੈ ਜਦੋਂ ਬਾਹਰਲੇ ਸਦਾਚਾਰ ਅਤੇ ਰਾਜਨੀਤਿਕ ਦਬਾਅ ਕਾਰਨ ਕਵੀ ਦੇ ਨਿੱਜੀ ਭਾਵ ਕੁੰਠਿਤ ਹੋ ਕੇ ਕੋਈ ਅਸਿੱਧਾ ਪ੍ਰਗਟਾਵਾ ਭਾਲਦੇ ਹਨ। ਕੁਦਰਤੀ ਗੱਲ ਹੈ ਕਿ ਛਾਇਆਵਾਦੀ ਕਵੀ ਨਾ ਤਾਂ ਰਹੱਸਵਾਦੀਆਂ ਦੇ ਵਾਂਗ ਕਿਸੇ ਅਸਗਾਹ ਅਗੰਮ ਜਾਂ ਅਰੂਪ ਸੱਚ ਨੂੰ ਰੂਪਮਾਨ ਕਰਨ ਦੀ ਮਜਬੂਰੀ ਅਧੀਨ ਅਜਿਹਾ ਰਵੱਈਆ ਅਪਣਾਉਂਦਾ ਹੈ, ਤੇ ਨਾ ਹੀ ਉਹ ਆਪਣੇ ਦੁਨਿਆਵੀ ਅਨੁਭਵ ਨੂੰ ਸਿੱਧੇ ਤੌਰ ਤੇ ਪ੍ਰਗਟਾ ਕੇ ਆਪਣੇ ਤੋਂ ਪਹਿਲੀ ਭਾਵ ਪ੍ਰਣਾਲੀ ਨੂੰ ਤੋੜਨ ਦਾ ਯਤਨ ਕਰਦਾ ਹੈ। ਇਸ ਲਈ ਨਾ ਤਾਂ ਉਹ ਰਹੱਸਵਾਦੀ ਰਹਿੰਦਾ ਹੈ, ਨਾ ਹੀ ਉਹ ਰੋਮਾਂਟਿਕ ਬਣਦਾ ਹੈ। ਉਹ ਤਾਂ ਆਪਣੇ ਕੁੰਠਿਤ ਭਾਵਾਂ ਨੂੰ ਪ੍ਰਗਟਾਵਾ ਦੇ ਕੇ ਆਪਣੇ ਆਪ ਤੋਂ ਬੋਝ ਤੋਂ ਛੁਟਕਾਰਾ ਹਾਸਲ ਕਰਦਾ ਹੈ। ਇਸ ਲਈ ਉਸ ਦਾ ਨਿੱਜੀ ਅਨੁਭਵ ਧਾਰਮਿਕ ਸ਼ਬਦਾਵਲੀ, ਮਿਥਿਹਾਸਿਕ ਸੰਕੇਤਾਂ ਜਾਂ ਪ੍ਰਕਿਰਤੀ ਦੇ ਬਿੰਬਾਂ ਦੇ ਦੁਆਰਾ ਪ੍ਰਗਟ ਹੁੰਦੀ ਹੈ। ਪੰਜਾਬੀ ਦੇ ਇਸ ਕਾਲ ਦੇ 4 ਪ੍ਰਮੁੱਖ ਕਵੀ ਹਨ: ਪ੍ਰੋਫੈਸਰ ਮੋਹਨ ਸਿੰਘ, ਬਾਵਾ ਬਲਵੰਤ, ਪ੍ਰੀਤਮ ਸਿੰਘ ਸਫੀਰ ਤੇ ਅੰਮ੍ਰਿਤਾ ਪ੍ਰੀਤਮ,
ਦੀਆਂ ਮੁੱਖ ਰਚਨਾਵਾਂ ਦੇ ਵਿੱਚ ਇਹ ਛਾਇਆਵਾਦੀ ਪ੍ਰਵਿਰਤੀ ਹੀ ਪ੍ਰਧਾਨ ਹੈ। ਸਾਵੇਂ ਪੱਤਰ, ਕਸੰਬੜਾ ਅਤੇ ਅਦਵਾਟੇ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਕਵਿਤਾਵਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਵਿੱਚ ਆਧੁਨਿਕ ਯੁੱਗ ਦੇ ਪ੍ਰੇਮੀ ਜਾਂ ਪ੍ਰੇਮਿਕਾ ਦੀ ਨਿੱਜੀ ਪਿਆਰ ਅਤੇ ਆਪਣੀਆਂ ਸਰੀਰਕ ਭੁੱਖਾਂ ਨੂੰ ਤ੍ਰਿਪਤ ਕਰਨ ਦੀ ਲੋਚਾ ਤਾਂ ਹੈ, ਪਰ ਉਸ ਪ੍ਰੇਮੀ ਜਾਂ ਪ੍ਰੇਮਿਕਾ ਦਾ ਕੋਈ ਠੋਸ ਸਰੀਰਕ ਰੂਪ ਸਾਕਾਰ ਨਹੀਂ ਹੋਇਆ। ਮੈਂ ਨਹੀਂ ਰਹਿਣਾ ਤੇਰੇ ਗਿਰਾਂ, ਦੇ ਹਵਾ ਦਾ ਜੀਵਨ ਸਾਨੂੰ, ਕੁੜੀ ਪੋਠੋ ਹਾਰ ਦੀ, ਲਿੱਦਰੀ ਨੂੰ ਅਤੇ ਅਧਵਾਟੇ ਵਰਗੀਆਂ ਕਵਿਤਾਵਾਂ ਉਦਾਹਰਨ ਵਜੋਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਅਧਵਾਟੇ ਪੁਸਤਕ ਦੀ ਇੱਕ ਛੋਟੀ ਜਿਹੀ ਕਵਿਤਾ ਨਿੱਕੀ ਜਿਹੀ ਮੈਂ ਕਲੀ ਵਿੱਚ ਮੋਹਨ ਸਿੰਘ ਨੇ ਕਲੀ, ਅਰਸ਼, ਸਵੇਰ, ਦੁਪਹਿਰ, ਸੁਗੰਧ ਤੇ ਉਹ ਵਰਗੇ ਪ੍ਰਤੀਕਾਂ ਦੇ ਦੁਆਰਾ ਆਪਣੇ ਕਾਵ ਨਾਇਕਾਂ ਦੀਆਂ ਸਰੀਰਕ ਭੁੱਖਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ। ਇਸ ਦੇ ਦੈਵੀ ਤੇ ਦੁਨਿਆਵੀ ਦੋਹਾਂ ਤਰ੍ਹਾਂ ਦੇ ਅਰਥ ਲਏ ਜਾ ਸਕਦੇ ਹਨ। ਪੂਰੀ ਕਵਿਤਾ ਇਸ ਪ੍ਰਕਾਰ ਹੈ। ਨਿੱਕੀ ਜਿਹੀ ਮੈਂ ਕਲੀ, ਅਰਸ਼ਾਂ ਵੰਨੀ ਮੂੰਹ ਪੁਆਈ, ਚਿਰਾਂ ਚਿਰਾਂ ਤੋਂ ਖਲੀ, ਤਾਰਿਆਂ ਜੜੀ ਸਵੇਰ ਬੀਤ ਗਈ, ਬੀਤ ਦੁਪਹਿਰ ਚਲੀ, ਸ਼ਾਮਾਂ ਦੇ ਪੈ ਗਏ ਝਾਂਵਲੇ, ਦੁਖਮਈ ਧੌਣ ਅਲੀ, ਸੁੱਕ ਗਏ ਅਥਰੂ, ਮੁੱਕ ਗਏ ਹਾਸੇ, ਗਈ ਸੁਗੰਧ ਛਲੀ, ਕੀ ਸਖੀਓ ਉਹ ਮੂਲ ਨਾ ਮਿਲਸੀ, ਮੈਂ ਜਿਸ ਦੀ ਆਸ ਖਲੀ, ਨਿੱਕੀ ਜਿਹੀ ਮੈਂ ਕਲੀ। ਪ੍ਰੀਤਮ ਸਿੰਘ ਸਫੀਰ ਦੀ ਕਵਿਤਾ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਨਾਲੋਂ ਵੀ ਵਧੇਰੇ ਪ੍ਰਤੱਖ ਰੂਪ ਦੇ ਵਿੱਚ ਛਾਇਆਵਾਦ ਕਵਿਤਾ ਦੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ। ਰਕਤ ਬੂੰਦਾਂ ਪੁਸਤਕ ਦੀ ਬੜੀ ਪ੍ਰਸਿੱਧ ਕਵਿਤਾ ਬਰਸਾਤ ਹੈ। ਬਰਸਾਤ ਦਾ ਪਹਿਲਾ ਬੰਦ ਹੀ ਇਸ ਪੱਖੋਂ ਧਿਆਨ ਕਰਨ ਯੋਗ ਹੈ। ਆਓ ਦੇਖਦੇ ਹਾਂ ਕਵਿਤਾ ਪੜ੍ਹ ਕੇ। ਅੱਜ ਗਿਆ ਬਿਰਛ ਦੇ ਹਨੇਰੇ ਵਿੱਚ, ਪੱਥਰ ਹੋਈਆਂ ਅੱਖੀਆਂ ਸਾਵੇਂ, ਜਗਮਗ ਜੋਤੀ ਕੋਈ ਪ੍ਰਗਟਈਏ, ਤੂੰ ਜੀਵਨ ਰਾਹ ਤੇ ਚਮਕੀਏ, ਨਿਰਵਾਨ ਪਛਾਣੀ ਹੈ ਰੂਪ ਨੇ, ਕੁਝ ਰੰਗ ਵਟਾਂਦੀ ਪਈ ਆਪਣਾ, ਹਿਜਰਾਂ ਦੀ ਲੰਮੀ ਰਾਤ ਹੈ ਨਾ। ਪ੍ਰੇਮੀ ਨਾਇਕ ਦਾ ਆਪਣੀ ਨਾਇਕਾ ਨੂੰ ਪਛਾਣਨ ਦਾ ਇਹ ਪਲ ਸਫੀਰ ਨੂੰ ਬੁੱਧ ਦੀ ਨਿਰਵਾਨ ਪ੍ਰਾਪਤੀ ਵਰਗਾ ਜਾਪਦਾ ਹੈ। ਇਸ ਨੂੰ ਅਤਿਕਥਨੀ ਅਲੰਕਾਰ ਕਹਿ ਕੇ ਕਾਵਿਕ ਤਕਨੀਕ ਵੀ ਸਮਝਿਆ ਜਾ ਸਕਦਾ ਹੈ, ਪਰ ਯਾਦ ਰਹੇ ਕਿ ਕਾਵਿਕ ਤਕਨੀਕ ਦੇ ਪਿੱਛੇ ਵੀ ਕਵੀ ਦਾ ਦ੍ਰਿਸ਼ਟੀਕੋਣ ਅਤੇ ਉਸ ਦੇ ਅਨੁਭਵ ਦੀ ਸੀਮਾ ਦਾ ਹੱਥ ਹੁੰਦਾ ਹੈ। ਪੁਰਾਣੀਆਂ ਜਗੀਰਦਾਰੀ ਰਹੁ ਰੀਤਾਂ ਅਤੇ ਪੁਰਾਤਨ ਵਿਆਹ ਪ੍ਰਬੰਧ ਦੇ ਪ੍ਰਸੰਗ ਵਿੱਚ ਨਵੇਂ ਪੂੰਜੀਵਾਦੀ ਲਈ ਇੱਕ ਧਾਰਮਿਕ ਬਿੰਬ ਦਾ ਸਹਾਰਾ ਲੈਣਾ ਪਿਆ। ਸਫੀਰ ਨੇ ਸਮਾਜ ਦੀ ਆਰਥਿਕ ਕਾਣੀ ਵੰਡ ਨੂੰ ਅਤੇ ਮਨੂ ਦੇ ਪੈਰੋਕਾਰਾਂ ਦੀਆਂ ਬਣਾਈਆਂ ਰੀਤਾਂ ਅਤੇ ਉਹਨਾਂ ਦੇ ਬੰਧਨਾਂ ਨੂੰ ਵੀ ਅਨੁਭਵ ਕਰ ਲਿਆ ਸੀ, ਜਿਹੜੇ ਸੁਪਰ ਈਗੋ ਦੇ ਰੂਪ ਦੇ ਵਿੱਚ ਉਸ ਦੇ ਨਾਇਕ ਦੀ ਚੇਤਨਾ ਨੂੰ ਮੱਲੀ ਬੈਠੇ ਹਨ ਅਤੇ ਉਸ ਦੀਆਂ ਇੱਛਾਵਾਂ ਦਾ ਮਾਨ ਕਰਦੇ ਹਨ। ਸਫੀਰ ਲਿਖਦਾ ਹੈ, ਇਹ ਧਰਮਾਂ ਵਾਲੇ ਆਪਣੇ ਧੀਆਂ ਪੁੱਤਰਾਂ ਦੀ ਸਰਪ੍ਰਸਤੀ ਕਰਦੇ ਆਤਮਾ ਦੇ ਮਾਮਲੇ ਵਿੱਚ ਵੀ ਖੂਬ ਨੇ ਇਹ ਰੱਬ ਦੇ ਉਪਾਸਕ, ਜੋ ਬੇਸਮਝ ਬੁੱਤਾਂ ਉੱਤੇ ਛਿੜਕ ਕੇ ਸਮਾਜ ਦੀਆਂ ਰਸਮਾਂ ਦਾ ਕੈਂਸਰ ਆਪਣੇ ਵੱਲੋਂ ਇਸ਼ਕ ਲਭਾਲ ਦਿੰਦੇ ਨੇ। ਇਹਨਾਂ ਧਰਮਾਂ ਵਾਲਿਆਂ ਨੇ ਜਕੜਬੰਦਾਂ ਤੋਂ ਮੁਕਤੀ ਹਾਸਲ ਕਰਨ ਦਾ ਰਸਤਾ ਵੀ ਸਫੀਰ ਨੂੰ ਪਤਾ ਸੀ। ਉਸਨੇ ਲਿਖਿਆ ਵੀ ਸੀ, ਟੁੱਟ ਜਾਵਣ ਕੈਦਾਂ ਹੱਦ ਬੰਦੀਆਂ, ਵੰਡ ਰਹੇ ਨਾ ਕਾਣੀ। ਪਰ ਉਸ ਦਾ ਭਾਵਧਾਰਾ ਕੈਦਾਂ ਹੱਦਬੰਦੀਆਂ ਤੋੜਨ ਵਾਲੇ ਪ੍ਰਗਤੀਵਾਦੀ ਜਾਂ ਘੱਟੋ ਘੱਟ ਰੋਮਾਂਸਵਾਦੀ ਕਾਵਿਕ ਝੁਕਾਅ ਵੱਲ ਵਿਕਾਸ ਕਰਨ ਦੀ ਥਾਂ ਛਾਇਆਵਾਦ ਵੱਲ ਮੁੜਦੀ ਹੈ। ਪਰ ਉਸ ਦੀ ਭਾਵਧਾਰਾ ਕੈਦਾਂ ਹੱਦਬੰਦੀਆਂ ਤੋੜਨ ਵਾਲੇ ਪ੍ਰਗਤੀਵਾਦੀ ਜਾਂ ਘੱਟੋ ਘੱਟ ਰੋਮਾਂਸਵਾਦੀ ਜਾਂ ਕਾਵਿਕ ਝੁਕਾਅ ਵਾਲੇ ਵਿਕਾਸ ਕਰਨ ਦੀ ਥਾਂ ਛਾਇਆਵਾਦ ਵੱਲ ਮੁੜਦੀ ਹੈ। ਮਹਾਨਾਚ ਵਿੱਚ ਬਾਵਾ ਬਲਵੰਤ ਵਿਸ਼ਵ ਦੀ ਸਮੁੱਚੀ ਕਲਾ ਦੇ ਪਿੱਛੇ ਵਿਚਰਦੇ ਸੱਚ ਅਰਥਾਤ ਅਸਲੇ ਨੂੰ ਸੰਬੋਧਿਤ ਕਰਦੇ ਹੋਏ ਲਿਖਦਾ ਹੈ, ਇਹ ਅਸਲੇ ਵਿਸ਼ਵ ਕਲਾ ਦੇ ਤੱਤਾਂ ਦੀ ਅਲਖ ਮੁਕਾ ਦੇ, ਮੈਨੂੰ ਨਾਚ ਬਣਾ ਦੇ, ਜਾਂ ਮੈਂ ਸ਼ਿਵਜੀ ਹੋ ਜਾਂ, ਨਾਚਾਂ ਵਿੱਚ ਉਮਰ ਬਿਤਾਵਾਂ। ਸੰਘਰਸ਼ੀਲ ਜੀਵਨ ਬਤੀਤ ਕਰਨ ਦੀ ਲੋਚਾ ਬਾਵੇ ਬਲਵੰਤ ਦੀ ਕਵਿਤਾ ਦੇ ਪ੍ਰਗਤੀਵਾਦੀ ਕਾਵਧਾਰਾ ਵੱਲ ਮੁੜ ਜਾਣ ਦੀ ਸੂਚਕਤਾ ਹੈ, ਪਰ ਅਜੇ ਇਸ ਲੋਚਾ ਦਾ ਕੋਈ ਠੋਸ ਸਮਾਜਿਕ ਰੂਪ ਕਵੀ ਨੇ ਸਾਹਮਣੇ ਨਹੀਂ ਹੈ। ਰਿਪੀਟ,
ਸੰਘਰਸ਼ੀਲ ਜੀਵਨ ਬਤੀਤ ਕਰਨ ਦੀ ਲੋਚਾ ਬਾਵੇ ਬਲਵੰਤ ਦੇ ਪ੍ਰਗਤੀਵਾਦ ਕਾਵਧਾਰਾ ਵੱਲ ਮੁੜ ਜਾਣ ਦੀ ਸੂਚਕਤਾ ਹੈ, ਪਰ ਅਜੇ ਇਸ ਲੋਚਾ ਦਾ ਕੋਈ ਠੋਸ ਸਮਾਜਿਕ ਰੂਪ ਕਵੀ ਦੇ ਸਾਹਮਣੇ ਨਹੀਂ ਹੈ। ਉਸ ਪੜਾਅ ਦੀ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਿੱਚ ਵੀ ਪਿਆਰ ਅਨੁਭਵ ਦਾ ਜੋ ਸੰਘਰਸ਼ਮਈ ਜਾਂ ਵੇਦਨਾਮਈ ਰੂਪ ਮਿਲਦਾ ਹੈ, ਉਸ ਦਾ ਪ੍ਰਗਟਾਅ ਵੀ ਛਾਇਆ ਚਿੱਤਰਾਂ ਦੁਆਰਾ ਹੀ ਕੀਤਾ ਹੋਇਆ ਹੈ। ਅਜਿਹੇ ਇੱਕ ਚਿੱਤਰ ਦੀ ਉਦਾਹਰਨ ਹੇਠਲੀਆਂ ਸਤਰਾਂ ਦੇ ਵਿੱਚੋਂ ਮਿਲਦੀ ਹੈ। ਤੂੰ ਵੀ ਕੀਤਾ ਸੀ ਪਿਆਰ ਪਰਵਾਨੇ, ਤੇ ਮੈਂ ਵੀ ਕਰਨੀ ਆ ਪਿਆਰ, ਫਰਕ ਤੇ ਇੰਨਾ ਤੂੰ ਭੰਬਟ ਬਣ ਕੇ ਇੱਕੋ ਵਾਰੀ ਬਲ ਉੱਠਿਓ, ਬਲਿਓ ਤੇ ਬੁਝ ਗਿਓ। ਦੂਜੇ ਪਾਸੇ ਮੈਂ ਸ਼ਮਾ ਵਿਚਾਰੀ, ਥੋੜਾ ਥੋੜਾ ਬਲਨੀਆਂ ਤੇ ਬਲਨੀਆਂ ਦਿਨ ਰਾਤ। ਥਰਡ ਪੁਆਇੰਟ ਹੈ ਪੰਜਾਬੀ ਕਵਿਤਾ ਦੇ ਵਿੱਚ ਪ੍ਰਗਤੀਵਾਦੀ ਝੁਕਾਅ। ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਬਾਵਾ ਬਲਵੰਤ ਛੇਤੀ ਹੀ ਛਾਇਆਵਾਦੀ ਪ੍ਰਵਿਰਤੀ ਨੂੰ ਤਿਆਗ ਕੇ ਨਵੇਂ ਪ੍ਰਗਤੀਵਾਦੀ ਝੁਕਾਅ ਦੇ ਨਾਲ ਜੁੜ ਗਏ। ਉਂਝ ਤਾਂ ਹਰ ਵਧੀਆ ਕਵਿਤਾ ਹੀ ਜੀਵਨ ਦੇ ਸਾਹਿਤ ਦੀ ਪ੍ਰਗਤੀ ਲਈ ਨਵੇਂ ਰਾਹ ਢੂੰਡਦਾ ਹੈ, ਉਹਨਾਂ ਨੂੰ ਆਪਣੀ ਸਮਰੱਥਾ ਅਨੁਸਾਰ ਪਾਠਕਾਂ ਤੱਕ ਪਹੁੰਚਾਉਂਦਾ ਹੈ, ਪਰ ਇੱਥੇ ਪ੍ਰਗਤੀਵਾਦੀ ਝੁਕਾਅ ਉਹ ਸਾਹਿਤ ਹੈ ਜਿਸ ਦੇ ਆਧਾਰ ਵਜੋਂ ਇਹਨਾਂ ਕਵੀਆਂ ਨੇ ਸਮਾਜਵਾਦੀ ਯਥਾਰਥ ਭਾਵ ਮਾਰਕਸਵਾਦ ਨੂੰ ਅਪਣਾਇਆ। ਅਸੀਂ ਆਰੰਭ ਵਿੱਚ ਹੀ ਕਹਿ ਆਏ ਹਾਂ ਕਿ ਇਹਨਾਂ ਵਰ੍ਹਿਆਂ ਵਿੱਚ ਪੰਜਾਬੀ ਕਵਿਤਾ ਨੇ ਆਪਣੀ ਸਾਂਝ ਨਵੇਂ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਨਾਲ ਪਾਈ, ਤੇ ਇਸ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਇੱਕ ਆਧਾਰ ਮਾਰਕਸਵਾਦ ਸੀ। ਇਸ ਤੋਂ ਇਲਾਵਾ ਫਰਾਇਡ ਦਾ ਮਨੋਵਿਗਿਆਨਿਕ ਅਤੇ ਆਇਨਸਟਾਈਨ ਦਾ ਭੌਤਿਕਵਾਦ ਵੀ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਨਿਸ਼ਚਿਤ ਕਰਨ ਦੇ ਵਿੱਚ ਸਹਾਇਕ ਹੋਏ। ਬਾਵਾ ਬਲਵੰਤ ਨੇ 1941 ਦੇ ਵਿੱਚ ਛਪੀ ਬਾਵਾ ਬਲਵੰਤ ਨੇ 1941 ਦੇ ਵਿੱਚ ਛਪੀ ਆਪਣੀ ਪਹਿਲੀ ਪੁਸਤਕ ਦੇ ਵਿੱਚ ਹੀ ਮਾਰਕਸ ਲੈਨਿਨ ਵਾਲਾ ਦ੍ਰਿਸ਼ਟੀਕੋਣ ਹੋਣ ਦਾ ਐਲਾਨ ਕਰ ਦਿੱਤਾ ਸੀ। ਮੈਂ ਗੌਤਮ, ਮੈਂ ਰੂਸੋ, ਮੈਂ ਲੈਨਿਨ ਦੀ ਚਾਹਤ, ਮੈਂ ਹਾਂ ਮਾਰਕਸ ਦੀ ਖੁਦਾਈ ਦੀ ਦੌਲਤ। ਪ੍ਰਗਤੀਵਾਦੀ ਝੁਕਾਅ ਦੀ ਪੰਜਾਬੀ ਕਵਿਤਾ ਦਾ ਪਹਿਲਾ ਲੱਛਣ ਹੈ ਧਰਮ ਦਾ ਵਿਰੋਧ। ਇਹਨਾਂ ਤਿੰਨਾਂ ਕਵੀਆਂ ਨੇ ਆਪਣੇ ਆਪਣੇ ਢੰਗ ਨਾਲ ਆਸਤਿਕਤਾ ਦਾ ਵਿਰੋਧ ਕੀਤਾ ਹੈ, ਜਿਸ ਨੇ ਪਰਦੇ ਹੇਠ ਪੂੰਜੀਪਤੀ ਤੇ ਜਗੀਰਦਾਰ ਵਰਗ, ਮਜ਼ਦੂਰ, ਕਿਸਾਨ ਵਰਗ ਦੀ ਲੁੱਟ ਜਾਰੀ ਰੱਖਦਾ ਹੈ। ਇਹਨਾਂ ਤਿੰਨਾਂ ਦੀਆਂ ਕਵਿਤਾਵਾਂ ਦੇ ਵਿੱਚ ਅਜਿਹੇ ਧਾਰਮਿਕ ਵਿਰੋਧ ਦੀਆਂ ਕੁਝ ਕੁ ਉਦਾਹਰਨਾਂ ਹੇਠ ਲਿਖੀਆਂ ਹਨ। ਪਹਿਲੀ, ਕਿਸ ਕੰਮ ਆਖਰ ਇਹ ਸਾਦਾਂ ਦੇ ਮਨੂਏ, ਕਿਸ ਕੰਮ ਲਿਵਾਂ ਤੇ ਤਾਰਾਂ, ਭਿੱਜਣ ਨਾ ਵੇਖ ਗਰੀਬ ਦੇ ਹੰਝੂ, ਟੁੱਟਣ ਨਾ ਸੁਣ ਕੇ ਪੁਕਾਰ। ਦੂਜਾ ਉਦਾਹਰਨ ਹੈ, ਸੁਣਨਾ ਧਰਮਾਂ ਦੇ ਕਿੱਸੇ, ਕੀਤੇ ਜੋਸ਼ ਨਾਲ ਮਿੱਸੇ, ਰਲਿਆ ਗੈਰ ਦਿਸੇ ਮੈਨੂੰ ਭਾਈ ਤੇ ਮੌਲਾਨਾ। ਇਹ ਮੋਹਨ ਸਿੰਘ ਸੁੰਬੜਾ ਦੀ ਲਿਖੀ ਹੋਈ ਹੈ। ਜੋ ਪਹਿਲਾ ਸੀ ਕਿਸ ਕੰਮ ਆਖਰ ਇਹ ਸਾਧਾਂ ਦੇ ਮਨੂਏ, ਇਹ ਜਿਹੜੀ ਸੀ ਇਹ ਵੀ ਮੋਹਨ ਸਿੰਘ ਸੁੰਬੜਾ ਦੀ ਰਚਨਾ ਹੀ ਸੀ। ਅੰਮ੍ਰਿਤਾ ਪ੍ਰੀਤਮ ਦੀ ਇੱਕ ਦੇਖਦੇ ਹਾਂ ਉਦਾਹਰਨ, ਵੇ ਮੈਂ ਕੀ ਆਖਾਂ ਤੇਰੇ ਦੇਸ਼ ਨੂੰ, ਜਿੱਥੇ ਵਰਜਤ ਨਵੀਂ ਵਿਚਾਰ, ਜਿੱਥੇ ਵਹਿਮ ਪੜ੍ਹਾਉਂਦੇ ਇਲਮ ਨੂੰ, ਰੱਬ ਵੇਚਣ ਠੇਕੇਦਾਰ, ਜਿੱਥੇ ਮਿਹਨਤ ਸੌਂਦੀ ਭੁੱਖਿਆਂ ਤੇ ਵੇਲ ਸੋਨੇ ਵਿਚਕਾਰ। ਨੈਕਸਟ, ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ, ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ ਆਦਮੀ ਦਾ ਅਸਲ ਚ ਦਾਰੂ ਹੀ ਆਦਮੀ, ਸਭ ਦੇਵਤੇ ਫਰੇਬ ਨੇ ਇੱਕ ਅਮਲ ਤੋਂ ਬਿਨਾ। ਇਹ ਬਾਵਾ ਬਲਵੰਤ ਸਿੰਘ ਨੇ ਲਿਖੀ ਹੋਈ ਸੀ। ਨੈਕਸਟ ਆਪਾਂ ਹੋਰ ਇਹਦੀ ਸਟੱਡੀ ਕਰਦੇ ਹਾਂ। ਜਿਸ ਕਰਕੇ ਧਰਮ ਤੇ ਪਖੰਡ ਦਾ ਵਿਰੋਧ ਕਰਨਾ ਪਿਆ, ਉਸ ਵਿੱਚ ਸਮਾਜ ਦੀ ਸ਼੍ਰੇਣੀ ਵੰਡ ਇਹਨਾਂ ਕਵੀਆਂ ਨੂੰ ਗਿਆਨ ਹੋ ਚੁੱਕਿਆ ਸੀ ਕਿ ਜਗੀਰਦਾਰੀ ਤੇ ਪੂੰਜੀਵਾਦੀ ਸਮਾਜ ਪੈਸੇ ਅਤੇ ਨਿੱਜੀ ਜਾਇਦਾਦ ਦੀ ਸਰਦਾਰੀ ਦਾ ਸਮਾਜ ਸੀ, ਪਰ ਉਸ ਸਮਾਜ ਨੂੰ ਨਵੇਂ ਸਮਾਜਵਾਦੀ ਨਿਜ਼ਾਮ ਦੇ ਵਿੱਚ ਬਦਲਣ ਲਈ ਪੂੰਜੀਪਤੀ ਤੇ ਜਗੀਰਦਾਰ ਵਰਗ ਦੇ ਵਿਰੁੱਧ ਮਜ਼ਦੂਰ ਕਿਸਾਨ ਵਰਗ ਸੰਗਠਿਤ ਹੋ ਰਿਹਾ ਸੀ, ਤੇ ਇਸ ਸ਼੍ਰੇਣੀ ਸੰਘਰਸ਼ ਵਿੱਚ ਵਰਗ ਵੰਡ ਤੇ ਵਰਗ ਘੋਲ ਦੇ ਚਿੱਤਰ ਇਹਨਾਂ ਕਵੀਆਂ ਦੀ ਨਵੀਂ ਸਮਾਜਿਕ ਚੇਤਨਤਾ ਦਾ ਸਬੂਤ ਹਨ। ਉਦਾਹਰਨ ਲਈ, ਫਸਟ, ਸਭ ਧਰਤੀ ਹੋ ਗਈ ਲਾਲ ਨੀ, ਬੰਦੇ ਦੇ ਲਹੂ ਨਾਲ ਨੀ, ਖੜ ਦੈਂਤ ਵੱਡੇ ਸਰਮਾਏ ਦੇ,
ਨੱਚਣ ਪਏ ਤਾਲ ਬੇਤਾਲ ਨੀ। ਇਹ ਮੋਹਨ ਸਿੰਘ ਅਧਵਾਟੇ ਨੇ ਲਿਖੀ ਹੈ। ਨੈਕਸਟ ਜੋ ਉਦਾਹਰਨ ਹੈ, ਭੁੱਖੇ ਲੂਸਨ ਰੱਜ ਕੇ ਹਾਲੀ, ਕਿਰਤੀ ਕਾਮੇ ਢਿੱਲੋ ਖਾਲੀ। ਅੱਛਾ, ਕਿਰਤੀ ਕਾਮੇ ਢਿੱਡੋਂ ਖਾਲੀ। ਦੂਜਿਆਂ ਨੂੰ ਜੋ ਦੇਣ ਖੁਸ਼ਹਾਲੀ, ਪੇਸ਼ ਉਹਨਾਂ ਦੇ ਪਈ ਕੰਗਾਲੀ। ਤੀਜਾ, ਸਮੇਂ ਦੀ ਮਿਟਾ ਕੇ ਨਵੀਂ ਹੋਸ਼ਿਆਰੀ, ਤੇ ਤਹਿ ਤੇਗ ਕਰਦੇ ਇਹ ਸਰਮਾਏਦਾਰੀ। ਇਹ ਸਰਮਾਏਦਾਰੀ, ਕਿਸਾਨਾਂ ਦੀਆਂ ਝੁੱਗੀਆਂ ਤਖਤ ਕਰਦੇ, ਤੂੰ ਅਰਸ਼ਾਂ ਦੀ ਬਿਜਲੀ ਹਥੌੜੇ 'ਚ ਭਰਦੇ। ਇਹ ਬਾਵਾ ਬਲਵੰਤ ਦਾ ਜੋ ਕਾਵਿ ਸੀ ਮਹਾਨਾਚ, ਉਹਦੇ 'ਚ ਲਈ ਗਈ ਹੈ। ਬਾਵਾ ਬਲਵੰਤ ਦੀ ਰਚਨਾ ਨੂੰ ਇੱਕ ਵਾਰ ਫੇਰ ਰਿਪੀਟ ਕਰਦੇ ਹਾਂ। ਸਮੇਂ ਦੀ ਮਿਟਾ ਕੇ ਨਵੀਂ ਹੋਸ਼ਿਆਰੀ, ਤੇ ਤਹਿ ਤੇਗ ਕਰਦੇ ਇਹ ਸਰਮਾਏਦਾਰੀ, ਕਿਸਾਨਾਂ ਦੀਆਂ ਝੁੱਗੀਆਂ ਤਖਤ ਕਰਦੇ, ਤੂੰ ਅਰਸ਼ਾਂ ਦੀ ਬਿਜਲੀ ਹਥੌੜੇ 'ਚ ਭਰਦੇ। ਨੈਕਸਟ, ਇਸ ਵਰਗ ਸੰਘਰਸ਼ ਵਿੱਚ ਸਪਸ਼ਟ ਭਾਂਤ ਇਨ੍ਹਾਂ ਕਵੀਆਂ ਦੀ ਹਮਦਰਦੀ ਮਜ਼ਦੂਰ ਵਰਗ ਦੇ ਨਾਲ ਹੈ। ਇਹ ਇਸ ਕਵਿਤਾ ਦਾ ਤੀਜਾ ਲੱਛਣ ਹੈ। ਕੇਵਲ ਹਮਦਰਦੀ ਹੀ ਨਹੀਂ, ਸਗੋਂ ਜਾਗ ਰਹੇ ਮਜ਼ਦੂਰ ਦੇ ਚਿੱਤਰ ਵੀ ਇਸ ਕਵਿਤਾ ਦੇ ਵਿੱਚ ਮਿਲ ਜਾਂਦੇ ਹਨ। ਮਜ਼ਦੂਰ ਹਿਤੈਸ਼ੀ 17 ਦੇ ਨਮੂਨੇ ਇਸ ਪ੍ਰਕਾਰ ਹਨ। ਏਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸਾਈ, ਨਾਲ ਪੀੜ ਦੇ ਕਲਵਲ ਹੋ ਕੇ ਰੂਹ ਮੇਰੀ ਕੁਮਲਾਈ। ਇਹ ਮੋਹਨ ਸਿੰਘ ਕਸੁੰਬੜਾ ਦੀ ਲਿਖੇ ਹੋਏ ਕਾਵਿ ਦਾ ਇੱਕ ਟੁਕੜਾ ਹੈ। ਨੈਕਸਟ, ਫੇਰ ਕਦੇ ਕੋਈ ਲੈਨਨ ਜੰਮੇ, ਤੇ ਸਰਮਾਏਦਾਰ ਦੀ ਚੱਕੀ ਪੀਠਾਂ, ਮਜ਼ਦੂਰ ਵੀ ਅੱਖਾਂ ਖੋਲੇ। ਇਹ ਆਪਣਾ ਅੰਮ੍ਰਿਤਾ ਪ੍ਰੀਤਮ ਦੀ ਰਚਨਾ ਹੈ। ਸਰਮਾਏਦਾਰ ਦੀ ਲੁੱਟ ਦੇ ਵਿਰੁੱਧ ਸਾਰੀ ਦੁਨੀਆ ਦੇ ਮਿਹਨਤਕਸ਼ਾਂ ਨੂੰ ਇਕੱਠੇ ਹੋਣ ਦੀ ਪ੍ਰੇਰਨਾ ਦਿੰਦਾ ਹੋਇਆ ਬਾਵਾ ਬਲਵੰਤ ਲਿਖਦਾ ਹੈ, ਅਸੀਂ ਤੁਸੀਂ ਹਾਂ ਇੱਕ ਮੰਜ਼ਿਲ ਦੇ ਰਾਹੀ, ਸਾਡੇ ਖੇਤ ਨੇ ਸਾਂਝੇ ਦੁੱਖ ਨੇ ਮਾਰੇ, ਇੱਕੋ ਬੱਦਲ ਹੇਠ ਸਾਡੇ ਤਾਰੇ, ਸਾਡੀ ਮਰਜ਼ ਦੀ ਇੱਕੋ ਪਿਆਰ ਦਵਾਈ। ਰਿਪੀਟ, ਅਸੀਂ ਤੁਸੀਂ ਹਾਂ ਇੱਕ ਮੰਜ਼ਿਲ ਦੇ ਰਾਹੀ, ਸਾਡੇ ਖੇਤ ਨੇ ਸਾਂਝੇ ਦੁੱਖ ਦੇ ਮਾਰੇ, ਇੱਕੋ ਬੱਦਲ ਹੇਠ ਨੇ ਸਾਡੇ ਤਾਰੇ, ਸਾਡੀ ਮਰਜ਼ ਦੀ ਇੱਕੋ ਪਿਆਰ ਦਵਾਈ। ਬਾਵਾ ਬਲਵੰਤ ਦੀਆਂ ਇਹ ਸਤਰਾਂ ਕਾਰਲ ਮਾਰਕਸ ਦੇ ਪ੍ਰਸਿੱਧ ਨਾਅਰੇ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਦਾ ਹੀ ਕਾਵਿਕ ਪੇਸ਼ਕਾਰੀ ਜਾਪਦੀਆਂ ਸਨ। ਦੁਨੀਆ ਭਰ ਦੇ ਮਜ਼ਦੂਰਾਂ ਨੂੰ ਇੱਕ ਹੋਣ ਦੀ ਕੋਈ ਅੰਤਰਰਾਸ਼ਟਰੀ ਮਨੁੱਖ ਹੀ ਅਪੀਲ ਕਰ ਸਕਦਾ ਹੈ, ਅਤੇ ਪ੍ਰਗਤੀਵਾਦੀ ਝੁਕਾਅ ਦੇ ਕਵੀ ਅੰਤਰਰਾਸ਼ਟਰੀਵਾਦੀ ਹੀ ਹਨ। ਇਨ੍ਹਾਂ ਤੋਂ ਜ਼ਰਾ ਵਡੇਰੀ ਉਮਰ ਦੇ ਕਵੀ ਲਾਲਾ ਧਨੀ ਰਾਮ ਚਾਤਰਕ ਅਤੇ ਗੁਰਮੁਖ ਸਿੰਘ ਮੁਸਾਫਿਰ ਤੇ ਹੀਰਾ ਸਿੰਘ ਦਰਦ ਕਿਸੇ ਇਨਸਾਨ ਸੰਤਾਨ ਦੇ ਚਾਹਵਾਨ ਹੁੰਦੇ ਹੋਏ ਵੀ ਅਤੇ ਨਵੇਂ ਜਹਾਨ ਦੇ ਸੁਪਨਿਆਂ ਦੀ ਸਿਰਜਣਾ ਕਰਦੇ ਹੋਏ ਵੀ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਤੋਂ ਅੱਗੇ ਨਹੀਂ ਸਨ ਲੰਘੇ। ਇਨ੍ਹਾਂ ਕਵੀਆਂ ਦੇ ਸਾਹਮਣੇ ਦੇਸ਼ ਨੂੰ ਅੰਗਰੇਜ਼ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਦਾ ਨਿਸ਼ਾਨਾ ਅੰਤਮ ਮੰਜ਼ਿਲ ਦੇ ਰੂਪ ਵਿੱਚ ਮੌਜੂਦ ਸੀ, ਜਿਸ ਲਈ ਇਨ੍ਹਾਂ ਦੀ ਸਮੁੱਚੀ ਪ੍ਰੇਰਨਾ ਦੇਸ਼ ਭਗਤੀ ਤੋਂ ਅਗਾਂਹ ਨਹੀਂ ਸੀ ਲੰਘੀ। ਪਰ ਬਲਵੰਤ ਵਰਗੇ ਕਵੀ ਦੂਜੇ ਵੱਡੇ ਜੰਗ ਦੇ ਰੂਪ ਦੇ ਵਿੱਚ ਜਰਮਨੀ ਦੇ ਰਾਸ਼ਟਰਵਾਦ ਦੇ ਜਨੂੰਨ ਹੱਥੋਂ ਹੋ ਰਹੀ ਤਬਾਹੀ ਦਾ ਅਨੁਭਵ ਕਰ ਚੁੱਕੇ ਸਨ, ਅਤੇ ਉਹਨਾਂ ਨੂੰ ਇਹ ਵੀ ਸੋਝੀ ਸੀ ਕਿ ਨੰਗੇ ਮਜ਼ਬੂਤ ਤੇ ਭੁੱਖੇ ਹਾਲੀ ਕੋਈ ਦੇਸ਼ ਨਹੀਂ ਹੁੰਦਾ। ਦੁਨੀਆ ਦੇ ਸਭ ਕਾਮੇ ਜਿੰਨਾ ਚਿਰ ਅੰਤਰਰਾਸ਼ਟਰੀ ਸਾਂਝ ਦੇ ਵਿੱਚ ਪਰੋਤੇ ਨਹੀਂ ਜਾਂਦੇ, ਉਨਾ ਚਿਰ ਕਿਸੇ ਇੱਕ ਇਕੱਲੇ ਦੇਸ਼ ਦੀ ਰਾਜਨੀਤਿਕ ਆਜ਼ਾਦੀ ਨਾ ਉਹਨਾਂ ਦਾ ਕਲਿਆਣ ਨਹੀਂ ਹੋ ਸਕਦਾ। ਇਸੇ ਤਰ੍ਹਾਂ ਬਾਵਾ ਬਲਵੰਤ ਨੇ ਦੇਸ਼ ਦੀ ਸੇਵਾ ਨੂੰ ਇੱਕ ਪੌੜੀ ਮੰਨਦੇ ਹੋਏ ਨਿਰੀ ਦੇਸ਼ ਭਗਤੀ ਦਾ ਵਿਰੋਧ ਕੀਤਾ ਹੈ। ਦੇਸ਼ ਦੀ ਸੇਵਾ ਸਿਰਫ ਪੌੜੀ ਸੀ ਮੰਜ਼ਿਲ ਤਾਂ ਨਹੀਂ, ਇਹ ਮਨੁੱਖਤਾ ਦੀ ਕੋਈ ਆਖਰੀ ਮਹਿਫਿਲ ਤਾਂ ਨਹੀਂ, ਦੇਸ਼ ਭਗਤੀ ਦਾ ਹੀ ਦੁਨੀਆ ਵਿੱਚ ਨਸ਼ਾ ਜਦ ਤੱਕ ਖੂਬ ਰੋਏਗੀ ਗਰੀਬਾਂ ਦੀ ਤਬਾਹੀ ਤੱਕ। ਇਹ ਦੇਸ਼ ਭਗਤੀ ਤਬਾਹੀ ਮਨੁੱਖਤਾਈ ਦੀ ਅੰਗਲਾਨ ਜੰਗ ਹੈ, ਕੋਮਲ ਸ਼ਬਦ ਵਤਨ ਮੇਰਾ। ਹੈ ਦੇਸ਼ ਭਗਤੀ ਤਬਾਹੀ ਮਨੁੱਖਤਾਈ ਦੀ ਐਲਾਨ ਜੰਗ ਹੈ, ਕੋਮਲ ਸ਼ਬਦ ਵਤਨ ਮੇਰਾ। ਇਹ ਬਾਬਾ ਬਲਵੰਤ ਦੇ ਮਹਾਨਾਥ ਚੋਂ ਲਿਆ ਗਿਆ।
ਜੰਗ ਦਾ ਵਿਰੋਧ ਤੇ ਅਮਨ ਦੀ ਸਥਾਪਨਾ ਇਹਨਾਂ ਕਵੀਆਂ ਨੂੰ ਨਵੇਂ ਸਮਾਜਵਾਦੀ ਸਮਾਜ ਦੀ ਸਿਰਜਣਾ ਦੇ ਲਈ ਜ਼ਰੂਰੀ ਵੀ ਜਾਪਦੀ ਹੈ, ਅਤੇ ਇਹ ਇਸ ਗੱਲੋਂ ਵੀ ਚੇਤੰਨ ਹਨ ਕਿ ਅਮਨ ਪੂਰੀ ਤਰ੍ਹਾਂ ਸਮਾਜਵਾਦੀ ਸਮਾਜਿਕ ਢਾਂਚੇ ਦੇ ਵਿੱਚ ਹੀ ਸਥਾਪਿਤ ਹੋ ਸਕਦਾ ਹੈ। ਇਸ ਲਈ ਪ੍ਰਗਤੀਵਾਦੀ ਕਵਿਤਾ ਦੇ ਵਿੱਚ ਨਵੇਂ ਯੁੱਗ ਦੀ ਕਲਪਨਾ ਜਾਂ ਸਮਾਜਵਾਦੀ ਢਾਂਚੇ ਦਾ ਚਿੱਤਰਣ ਇਸ ਕਵਿਤਾ ਦਾ ਪੰਜਵਾਂ ਪ੍ਰਮੁੱਖ ਲੱਛਣ ਹੈ। ਇਸ ਕਰਕੇ ਇਸ ਨੂੰ ਸਮਾਜਵਾਦੀ ਯਥਾਰਥਵਾਦੀ ਕਵਿਤਾ ਵੀ ਕਿਹਾ ਜਾਂਦਾ ਹੈ। 1937 ਤੋਂ ਪਹਿਲਾਂ ਹੀ ਉਪਰੋਕਤ ਤਿੰਨ ਕਵੀਆਂ ਦੇ ਨਾਲ ਪਿਆਰਾ ਸਿੰਘ ਸਹਿਰਾਈ, ਜਰਨੈਲ ਸਿੰਘ ਅਰਸ਼ੀ ਤੇ ਸੰਤੋਖ ਸਿੰਘ ਧੀਰ ਵਰਗੇ ਨਵੀਂ ਪੀੜ੍ਹੀ ਦੇ ਕਵੀ ਵੀ ਸ਼ਾਮਿਲ ਹੋ ਗਏ ਹਨ। ਇਹਨਾਂ ਸਭ ਕਵੀਆਂ ਨੇ ਨਵੇਂ ਯੁੱਗ ਦੀ ਉਸਾਰੀ ਲਈ ਪ੍ਰੇਰਨਾ ਦਿੱਤੀ ਅਤੇ ਉਸ ਦੀ ਆਸ ਵਿੱਚ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਲਿਖਿਆ ਹੈ। ਇਸ ਦੀਆਂ ਕੁਝ ਉਦਾਹਰਨਾਂ ਹੇਠਾਂ ਹਨ। ਸ਼ਹਿਨਸ਼ਾਹੀਅਤ ਖਤਮ ਹੋ ਰਹੀ, ਯੁੱਗ ਨਵਾਂ ਹੈ ਆ ਰਿਹਾ, ਦੁਨੀਆ ਦੇ ਹਨੇਰੇ ਕੋਨਿਆਂ ਚੋਂ ਨੂਰ ਹੈ ਹੁਣ ਤਾਂ ਰਿਹਾ। ਆਪਣੇ ਡੋਲੇ ਖੂਨ ਵਿੱਚ ਹੁਣ ਡੁੱਬਣਾ ਜੱਲਾਦ ਨੇ, ਆਪਣੇ ਬਣਾਏ ਕਫਸ ਵਿੱਚ ਹੁਣ ਫਸਣਾ ਸਯਾਦ ਨੇ। ਮਜ਼ਦੂਰ ਤੇ ਕਿਰਸਾਨ ਆਪਣੇ ਹੱਕ ਹੁਣ ਲੈ ਲੈਣਗੇ, ਤਖ਼ਤਾਂ ਨੂੰ ਝੂਟੇ ਆ ਰਹੇ, ਤਾਜ ਸਭ ਡਿੱਗ ਪੈਣਗੇ। ਨਾ ਦਿਲ ਕਿਸੇ ਦੇ ਹੁਣ ਕਦੀ, ਅਰਮਾਨ ਕੁਚਲੇ ਜਾਣਗੇ, ਪੂੰਜੀ ਦੇ ਪੈਰਾਂ ਹੇਠ ਨਾ ਇਨਸਾਨ ਕੁਚਲੇ ਜਾਣਗੇ। ਇਹ ਚਾਹਣ ਨਵਾਂ ਯੁੱਗ ਰੱਖਣਾ, ਤਲਵਾਰਾਂ ਨਾਲ ਪਲਚਣਾ ਹੁਣ, ਚੜ੍ਹ ਸੂਲੀਆਂ ਉੱਤੇ ਨੱਚਣਾ ਹੁਣ, ਮੇਰੇ ਮਰਨੋਂ ਨਾ ਘਬਰਾਉਣ ਗੀਤ। ਮੋਹਨ ਸਿੰਘ ਸੋਭੜਾ ਦੀ ਰਚਨਾ ਹੈ। ਇਸ ਦੌਰ ਦੀ ਕਵਿਤਾ ਦਾ ਰੂਪ ਪੱਖ ਤੋਂ ਬਾਵਾ ਬਲਵੰਤ ਤੇ ਪ੍ਰੀਤਮ ਸਿੰਘ ਸਫੀਰ ਇਸ ਦੌਰ ਦੇ ਸਾਰੇ ਕਵੀਆਂ ਨਾਲੋਂ ਅੱਡਰੇ ਹਨ। ਦੋਹਾਂ ਦੀ ਬੋਲੀ ਸਧਾਰਨ ਪੇਂਡੂ ਪੰਜਾਬੀ ਹੈ। ਦੋਹਾਂ ਦੇ ਪ੍ਰਤੀਕ ਵਿਧਾਨ ਦੇ ਵਿੱਚ ਮਿਥਿਹਾਸਿਕ ਹਵਾਲੇ ਦੂਜੇ ਕਵੀਆਂ ਦੇ ਨਾਲੋਂ ਵਧੇਰੇ ਮਾਤਰਾ ਵਿੱਚ ਹਨ ਅਤੇ ਦੋਹਾਂ ਦੀ ਬਿੰਬਾਵਲੀ ਵੀ ਧੁੰਦਲੀ ਹੈ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਇਹ ਦੋਵੇਂ ਕਵੀ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਪੰਜਾਬੀ ਕਵਿਤਾ ਦੇ ਵਿੱਚ ਕੁਝ ਨਵੇਂ ਪ੍ਰਯੋਗ ਕਰ ਰਹੇ ਸਨ। ਬਾਕੀ ਸਾਰੇ ਕਵੀ ਕਿਉਂਕਿ ਸਧਾਰਨ ਪੰਜਾਬੀ ਪਾਠਕ ਵਰਗ ਨਾਲ ਸੰਬੰਧਿਤ ਸਨ, ਇਸ ਲਈ ਉਹਨਾਂ ਦੇ ਛੰਦ ਜਾਂ ਪੁਰਾਣੇ ਕਿੱਸਾ ਕਾਵਿ ਦੇ ਸੂਫੀ ਕਾਵਿ ਤੋਂ ਪ੍ਰਭਾਵਿਤ ਹਨ ਅਤੇ ਜਾਂ ਪੰਜਾਬੀ ਲੋਕ ਗੀਤਾਂ ਤੋਂ ਉਹਨਾਂ ਦੀ ਬੋਲੀ ਦੀ ਨੁਹਾਰ ਪੇਂਡੂ ਹੈ ਅਤੇ ਉਹਨਾਂ ਦੇ ਇਤਿਹਾਸ ਮਿਥਿਹਾਸ ਵਿੱਚੋਂ ਲਏ ਹਵਾਲਿਆਂ ਨੂੰ ਹੀ ਪ੍ਰਤੀਕ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਹ ਹਵਾਲੇ ਲੋਕਾਂ ਦੇ ਆਮ ਜੀਵਨ ਵਿੱਚ ਉਹਨਾਂ ਦੇ ਸਾਂਝੇ ਗਿਆਨ ਅਨੁਭਵ ਦਾ ਅੰਗ ਬਣ ਚੁੱਕੇ ਸਨ। 1947 ਤੋਂ 1960 ਤੱਕ ਦੀ ਪੰਜਾਬੀ ਕਵਿਤਾ ਵਿੱਚ ਵੀ ਉਪਰੋਕਤ ਪ੍ਰਵਿਰਤੀਆਂ ਹੀ ਪ੍ਰਮੁੱਖ ਰਹੀਆਂ ਹਨ ਤੇ ਉਹਨਾਂ ਸੰਬੰਧੀ ਅਸੀਂ ਅਗਲੇ ਪਾਠ ਦੇ ਵਿੱਚ ਚਰਚਾ ਕਰਾਂਗੇ। ਅੱਜ ਦੇ ਵਾਸਤੇ ਇੰਨਾ ਹੀ। ਬਹੁਤ ਬਹੁਤ ਧੰਨਵਾਦ।